ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਰੈਫਰੈਂਸ ਲਾਇਬ੍ਰੇਰੀ USA ਵਿੱਚ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਸਿੱਖ ਕੌਮ ਦੇ ਉਹਨਾਂ ਪਹਿਲੂਆਂ ਬਾਰੇ ਖੋਜ ਜਾਂ ਜਾਣਕਾਰੀ ਹਾਸਲ ਕਰੀਏ ਜਿਹੜੀਆਂ ਕਿ ਬਹੁਤ ਸਾਰੇ ਪੱਖਾਂ ਤੋਂ ਅਧੂਰੀਆਂ ਹਨ ਅਤੇ ਹੋਰ ਵਧੇਰੇ ਖੋਜ ਦੀਆਂ ਮੁਹਤਾਜ ਹਨ। ਸੋ ਅੱਜ ਅਸੀਂ ਉਸ ਵਿਸ਼ੇ ਬਾਰੇ ਗੱਲ ਕਰਾਂਗੇ ਜਿਸ ਨੂੰ ਕਿ ਉਸ ਤਰੀਕੇ ਨਾਲ ਕਲਮਬੰਦ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਕਰਨਾ ਚਾਹੀਦਾ ਸੀ। ਅਸੀਂ ਗੱਲ ਕਰਦੇ ਹਾਂ ਕਾਇਦੇ ਅਤੇ ਕਾਇਦੇ ਦੀ ਜੋ ਸਿੱਧਾ ਮਹਾਰਾਜਾ ਰਣਜੀਤ ਸਿੰਘ ਨਾਲ ਜੋੜਦਾ ਹੈ। ਆਓ ਸਿੱਖ ਰੈਫਰੈਂਸ ਲਾਇਬ੍ਰੇਰੀ USA ਦੇ ਮੁੱਖ ਅਧਿਕਾਰੀ ਸਰਦਾਰ ਸਤਪ੍ਰੀਤ ਸਿੰਘ ਜੀ ਨਾਲ ਗੱਲਬਾਤ ਕਰੀਏ ਅਤੇ ਜਾਣੀਏ ਕਿ ਕਾਇਦੇ ਅਤੇ ਕਾਇਦੇ ਤੋਂ ਕੀ ਭਾਵ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸੋਹਣਾ ਵਿਸ਼ਾ ਹੈ ਕਾਇਦਾ ਜਾਂ ਕਾਇਦਾ, ਕਿਉਂਕਿ ਜਦੋਂ ਵੀ ਅਸੀਂ ਇਤਿਹਾਸ ਵਿੱਚ ਝਾਤੀ ਮਾਰਦੇ ਹਾਂ ਤਾਂ ਕਈ ਵਾਰੀ ਕਿਸੇ ਬਹੁਤ ਵੱਡੀ ਚੀਜ਼ ਨੂੰ ਛੋਟਾ ਕਰਕੇ ਦਰਸਾ ਦਿੱਤਾ ਜਾਂਦਾ ਹੈ ਤੇ ਉਸ ਵਿੱਚ ਇਹ ਦੱਸ ਦਿੱਤਾ ਜਾਂਦਾ ਹੈ ਕਿ ਉਸ ਵੱਡੀ ਚੀਜ਼ ਦੇ ਮੁੱਲ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਕਿ ਲੋਕਾਂ ਦੀ ਸੋਚਣੀ ਹੀ ਉੱਥੋਂ ਤੱਕ ਨਾ ਪਹੁੰਚ ਸਕੇ ਕਿ ਉਹ ਸਿਸਟਮ, ਪ੍ਰੋਸੈਸ ਜਾਂ ਪ੍ਰੋਸੀਜਰ ਕਿੱਡੇ ਵੱਡੇ ਸਨ। ਸਭ ਤੋਂ ਪਹਿਲਾਂ ਤਾਂ ਅਸੀਂ ਸਮੁੱਚੀ ਸਿੱਖ ਰੈਫਰੈਂਸ ਲਾਇਬ੍ਰੇਰੀ USA ਤੇ ਇਸ ਦੇ ਵਿੱਚ ਕੰਮ ਕਰ ਰਹੇ ਵਲੰਟੀਅਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਪੈਸ਼ਲੀ ਤੌਰ ਤੇ ਬੀਬੀ ਰੁਪਿੰਦਰ ਕੌਰ ਦਾ, ਜਿਨ੍ਹਾਂ ਨੇ ਕਿ ਮਨ ਤਨ ਨਾਲ ਇਸ ਵਿੱਚ ਸੇਵਾ ਕਰਦੇ ਹਨ ਤੇ ਨਾਲ ਹੋਰਾਂ ਨੂੰ ਵੀ ਪ੍ਰੇਰ ਕੇ ਇਸ ਵਿੱਚ ਲਿਆਉਂਦੇ ਹਨ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਕਾਇਦੇ ਤੋਂ ਭਾਵ ਹੁੰਦਾ ਹੈ ਕੋਈ ਗਾਈਡ ਜਾਂ ਇੰਸਟਰਕਸ਼ਨਸ ਜਾਂ ਕੋਈ ਕਿਤਾਬ ਜਿਹੜੀ ਕਿ ਕਿਸੇ ਵਿਸ਼ੇ ਉੱਤੇ ਲਿਖ ਕੇ ਲੋਕਾਂ ਨੂੰ ਦਿੱਤੀ ਜਾ ਸਕੇ ਤੇ ਉਸ ਤੋਂ ਕੇਵਲ ਇੱਕ ਲਿਮਟਡ ਜਾਂ ਜਿਸ ਵਿਸ਼ੇ ਤੇ ਲਿਖੀ ਗਈ ਹੈ ਉਸ ਤੇ ਹੀ ਜਾਣਕਾਰੀ ਦਿੱਤੀ ਜਾ ਸਕੇ। ਦੂਜੇ ਪਾਸੇ ਕਾਇਦਾ ਇੱਕ ਉਹ ਸਿਸਟਮ ਹੈ, ਇੱਕ ਉਹ ਪ੍ਰੋਸੈਸ ਹੈ, ਇੱਕ ਉਹ ਪ੍ਰੋਸੀਜਰ ਹੈ ਜੋ ਪੂਰੇ ਦੇ ਪੂਰੇ ਚੱਲਣ ਨੂੰ ਜਾਂ ਸਮਾਜ ਨੂੰ ਜਾਂ ਦੇਸ਼ ਨੂੰ ਚਲਾਉਂਦਾ ਹੈ। ਕਾਇਦੇ ਦੇ ਵਿੱਚ ਵੱਖ-ਵੱਖ ਸਿਸਟਮ ਆਉਂਦੇ ਹਨ। ਉਹਨਾਂ ਸਿਸਟਮਾਂ ਦੇ ਵਿੱਚ ਅਸੀਂ ਡਿਫੈਂਸ ਸਿਸਟਮ ਕਹਿ ਸਕਦੇ ਹਾਂ, ਐਜੂਕੇਸ਼ਨ ਸਿਸਟਮ ਕਹਿ ਸਕਦੇ ਹਾਂ, ਰਾਜਨੀਤਿਕ ਪੋਲੀਟੀਕਲ ਸਿਸਟਮ ਕਹਿ ਸਕਦੇ ਹਾਂ, ਸਮਾਜਿਕ ਸੋਸ਼ਲ ਸਿਸਟਮ ਕਹਿ ਸਕਦੇ ਹਾਂ। ਇਸ ਤਰ੍ਹਾਂ ਦੇ ਕਈ ਸਿਸਟਮ ਆ ਜਾਂਦੇ ਹਨ, ਉਹਨਾਂ ਦੇ ਪ੍ਰੋਸੈਸ ਆ ਜਾਂਦੇ ਹਨ ਕਿ ਉਹਨਾਂ ਨੂੰ ਕਿਸ ਤਰ੍ਹਾਂ ਕਰਨਾ ਹੈ ਉਹ ਆ ਜਾਂਦਾ ਹੈ। ਜਦੋਂ ਅਸੀਂ ਕਾਇਦੇ ਦੀ ਗੱਲ ਕਰਦੇ ਹਾਂ ਜਾਂ ਆਪਣੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਐਡਾ ਕੁ ਵਿਸ਼ਾਲ ਸੀ, ਇੰਨਾ ਕੁ ਖੂਬਸੂਰਤ ਸੀ, ਜਿਹੜਾ ਡਾਇਵਰਸਿਟੀ ਸਮਾਜਿਕ ਨਿਆਂ ਦੇ ਨਾਲ ਭਰਪੂਰ ਸੀ ਕਿ ਜਿਸ ਦਾ ਸਿਸਟਮ, ਪ੍ਰੋਸੈਸ ਤੇ ਪ੍ਰੋਸੀਜਰ ਐਡਾ ਕੁ ਜ਼ਬਰਦਸਤ ਸੀ ਕਿ ਕਿਸੇ ਕੋਲ ਉਹਦਾ ਕੋਈ ਤੋੜ ਨਹੀਂ ਸੀ। ਹੋਇਆ ਕਿ ਜਦੋਂ ਐਜੂਕੇਸ਼ਨ ਸਿਸਟਮ ਦੀ ਗੱਲ ਆਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਮ ਲੋਕਾਂ ਨੂੰ, ਜਿਹੜੇ ਕਿ ਕਦੀ ਸਕੂਲੇ ਨਹੀਂ ਗਏ ਜਾਂ ਕਹਿ ਲਓ ਕਦੀ ਵਿਦਿਆਲੇ ਨਹੀਂ ਗਏ, ਗੁਰਦੁਆਰੇ ਵਿੱਚ ਧਰਮਸ਼ਾਲਾ ਹੁੰਦੀਆਂ ਸਨ, ਉੱਥੇ ਸਕੂਲ ਹੁੰਦੇ ਸਨ, ਉਹਨਾਂ ਵਿੱਚ ਨਹੀਂ ਗਏ ਜਾਂ ਹੋਰ ਬਾਕੀ ਆਪੋ ਆਪਣੇ ਸਕੂਲਾਂ ਵਿੱਚ ਨਹੀਂ ਗਏ, ਪੜ੍ਹੇ ਨਹੀਂ ਜਾਂ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾ, ਉਹਨਾਂ ਵਾਸਤੇ ਇੱਕ ਬੁੱਕ ਤਿਆਰ ਕੀਤੀ ਛੋਟੀ ਜਿਹੀ ਜਿਸ ਨੂੰ ਕਿ ਕੈਟਾ ਕਹਿ ਦਿੱਤਾ ਜਾਂਦਾ ਸੀ। ਉਸ ਬੁੱਕ ਦੇ ਵਿੱਚ ਕੇਵਲ ਬੇਸਿਕ ਇਨਫੋਰਮੇਸ਼ਨ ਸੀ ਕਿ ਤੁਸੀਂ ਪੜ੍ਹਨਾ ਕਿੱਦਾਂ ਹੈ। ਇਹ ਸੁਣ ਵਿੱਚ ਆਇਆ ਹੈ ਕਿ ਉਸ ਨੂੰ 3 ਭਾਸ਼ਾਵਾਂ ਵਿੱਚ ਕੀਤਾ ਗਿਆ ਸੀ, ਫਾਰਸੀ, ਪੰਜਾਬੀ ਤੇ ਉਰਦੂ, ਜਾਂ ਇੱਦਾਂ ਕਰੀਏ ਇੰਗਲਿਸ਼। ਫਾਰਸੀ ਇੰਗਲਿਸ਼ ਨੂੰ ਹੀ ਲਿਖੀ ਜਾਂਦੀ, ਉਰਦੂ ਨੂੰ ਹੀ ਲਿਖੀ ਜਾਂਦੀ ਸੀ। ਸੋ ਇਹਨਾਂ 3 ਭਾਸ਼ਾਵਾਂ ਵਿੱਚ ਦਿੱਤਾ ਗਿਆ ਸੀ ਤਾਂ ਕਿ ਆਮ ਬੰਦਾ ਵੀ ਉਸ ਨੂੰ ਪੜ੍ਹ ਸਕੇ। ਪਰ ਉਸ ਦੇ ਵਿੱਚ ਸਭ ਤੋਂ ਵੱਧ ਮਹੱਤਵ ਜਿਹੜਾ ਪੰਜਾਬੀ ਨੂੰ ਦਿੱਤਾ ਗਿਆ, ਜਿਸ ਨੂੰ ਕਿ ਗੁਰਮੁਖੀ ਅੱਖਰ ਜਾਂ ਗੁਰਮੁਖੀ ਲਿਪੀ ਵਿੱਚ ਵੀ ਕਹਿ ਸਕਦੇ ਹਾਂ। ਹਰ ਬੰਦੇ ਨੂੰ ਗੁਰਮੁਖੀ ਲਿਖਣੀ ਪੜ੍ਹਨੀ ਆਉਂਦੀ ਸੀ। ਸੋ ਕਾਇਦਾ ਇੱਕ ਬਹੁਤ ਹੀ ਛੋਟਾ ਪੱਖ ਰਹਿ ਗਿਆ ਕਾਇਦੇ ਦਾ। ਉਸ ਕਾਇਦੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਿਸਟਮ ਨੂੰ, ਪ੍ਰੋਸੈਸ ਨੂੰ, ਪ੍ਰੋਸੀਜਰ ਨੂੰ ਖਤਮ ਕਰਨ ਲਈ ਉਸ ਨੂੰ ਆਮ ਲੋਕਾਂ ਵਿੱਚ ਇੱਕ ਕਾਇਦੇ ਦੇ ਤੌਰ ਤੇ ਪ੍ਰਚਲਿਤ ਕਰ ਦਿੱਤਾ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਕਾਇਦਾ ਇਸ਼ੂ ਕੀਤਾ ਜਾਂ ਇੱਕ ਕਾਇਦਾ ਬਣਾਇਆ ਜਾਂ ਘਰ ਘਰ ਪਹੁੰਚਾਇਆ ਕੇ ਆਮ ਲੋਕਾਂ ਨੂੰ ਉਸ ਬਾਰੇ ਜਾਣਕਾਰੀ ਦਿੱਤੀ। ਪਰ ਜਦੋਂ ਕਾਇਦੇ ਦੀ ਸਿਸਟਮ ਆਉਂਦੀ ਹੈ, ਸਿਸਟਮ ਦੀ ਗੱਲ ਆਉਂਦੀ ਹੈ, ਕਾਇਦੇ ਦੀ ਗੱਲ ਆਉਂਦੀ ਹੈ, ਤਾਂ ਦੱਦੇ ਦੇ ਨਾਲ ਲੱਗਦਾ ਹੈ, ਤੱਤੇ ਦੇ ਨਾਲ ਨਹੀਂ। ਤਾਂ ਸਿਸਟਮ, ਪ੍ਰੋਸੈਸ ਤੇ ਪ੍ਰੋਸੀਜਰ ਆ ਗਿਆ। ਉਸ ਸਿਸਟਮ ਨੂੰ ਬਣਾ ਕੇ ਉਸ ਨੂੰ ਡਿਸਟ੍ਰੀਬਿਊਟ ਕਰਨਾ, ਉਸ ਨੂੰ ਘਰ ਘਰ ਪਹੁੰਚਾਉਣਾ, ਕਿਸ ਪ੍ਰਬੰਧ ਦੇ ਨਾਲ ਪਹੁੰਚਾਇਆ, ਉਹਨਾਂ ਚੀਜ਼ਾਂ ਵੱਲ ਸਾਡਾ ਧਿਆਨ ਨਹੀਂ ਜਾਂਦਾ। ਸੋ ਕਾਇਦੇ ਦਾ ਇੱਕ ਬਹੁਤ ਹੀ ਛੋਟਾ ਪੱਖ ਜਾਂ ਇੱਕ ਛੋਟੇ ਪੱਖ ਦਾ ਕਿਤਾਬ ਵਿੱਚ ਰੂਪਾਂਤਰਨ ਹੈ ਜਿਸ ਨੂੰ ਕਿ ਘਰ ਘਰ ਪਹੁੰਚਾ ਕੇ ਲੋਕਾਂ ਨੂੰ ਆਮ ਸਿੱਖਿਆ ਦਿੱਤੀ ਗਈ। ਪਰ ਹੋਰ ਵੀ ਸਿੱਖਿਆ ਸਨ, ਇਸ ਵਿੱਚ ਬਹੁਤ ਬਿਗਰ ਡਿਫਰੈਂਸ ਹੈ। ਤੇ ਨਾਲ ਦੀ ਨਾਲ ਅਸੀਂ ਜਿੰਨੇ ਵੀ ਸਿੱਖ ਸਕਾਲਰਸ ਜਾਂ ਹੋਰ ਸਕਾਲਰਸ, ਰਿਸਰਚਰ ਹਨ, ਉਹਨਾਂ ਨੂੰ ਇੱਥੇ ਬੇਨਤੀ ਵੀ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਭਵਿੱਖ ਵਿੱਚ ਇਸ ਚੀਜ਼ ਤੇ ਸਰਚ ਕਰ ਰਹੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ, ਮਿਸਲਾਂ ਦੇ ਕਾਲ ਦੌਰਾਨ ਜਾਂ ਬਾਬਾ ਬੰਦਾ ਬਹਾਦਰ ਸਿੰਘ ਜੀ ਦੇ ਕਾਲ ਦੌਰਾਨ ਸਿਸਟਮ, ਪ੍ਰੋਸੈਸ ਤੇ ਪ੍ਰੋਸੀਜਰ ਕੀ ਸੀ। ਜੇਕਰ ਕੋਈ ਵੀ ਰਿਸਰਚਰ, ਵਿਦਵਾਨ, ਵਲੰਟੀਅਰ ਤੌਰ ਤੇ, ਕਿਉਂਕਿ ਸਾਡੇ ਕੋਲ ਇੰਨਾ ਬਜਟ ਨਹੀਂ ਕਿ ਅਸੀਂ ਉਹਨਾਂ ਨੂੰ ਪੈਸੇ ਦੇ ਕੇ ਉਹ ਕਰਵਾ ਸਕੀਏ, ਵਲੰਟੀਅਰ ਤੌਰ ਤੇ ਇਸ ਤੇ ਕੰਮ ਕਰਨਾ ਚਾਹੇ ਤਾਂ ਉਹ ਕਰ ਸਕਦਾ ਹੈ।
ਆਉਣ ਵਾਲੇ ਭਵਿੱਖ ਵਿੱਚ ਫਿਰ ਉਸ ਦੀ ਕਿਤਾਬ ਛਾਪ ਕੇ ਜਿਹੜੀ ਕਿ ਮਲਟੀ ਰਿਸਰਚਰ ਜਾਂ ਖੋਜਕਰਤਾਵਾਂ ਦੀ ਹੋਵੇਗੀ ਉਹ ਵੀ ਛਾਪੀ ਜਾਏਗੀ, ਜਿਹੜੀ ਦੁਨੀਆ ਤੇ ਅਵੇਲੇਬਲ ਕਰਵਾਈ ਜਾਏਗੀ ਕਿ ਉਸ ਸਮੇਂ ਪ੍ਰੋਸੈਸ ਪ੍ਰੋਸੀਜਰ ਕਿੱਦਾਂ ਸਨ ਵਿਦ ਰੈਫਰੈਂਸਿਸ। ਤੇ ਬਾਕੀ ਅਕਾਲ ਪੁਰਖ ਕਿਰਪਾ ਰੱਖੇ, ਕਾਇਦੇ ਨੂੰ ਕਦੀ ਵੀ ਕਾਇਦੇ ਨਾਲ ਮਿਕਸ ਨਹੀਂ ਕਰਨਾ। ਕਾਇਦਾ ਬਹੁਤ ਵੱਡਾ ਅੱਖਰ ਹੈ ਤੇ ਕਾਇਦਾ ਬਹੁਤ ਛੋਟਾ ਅੱਖਰ ਆਏਗਾ। ਕਾਇਦੇ ਅਤੇ ਕਾਇਦੇ ਨੂੰ ਬਹੁਤ ਹੀ ਸਰਲ ਸ਼ਬਦਾਂ ਵਿੱਚ ਵਰਣਨ ਕੀਤਾ ਕਿ ਕਾਇਦਾ ਬਹੁਤ ਛੋਟਾ ਸ਼ਬਦ ਹੈ ਅਤੇ ਕਾਇਦਾ ਬਹੁਤ ਹੀ ਵੱਡਾ ਪ੍ਰਬੰਧ ਜੋ ਸਮੁੱਚੇ ਤੌਰ ਤੇ ਪੂਰੇ ਦੇਸ਼, ਕੌਮ ਜਾਂ ਕਿਸੇ ਵੀ ਚੀਜ਼ ਨੂੰ ਸੰਪੂਰਨ ਤੌਰ ਤੇ ਚਲਾਉਂਦਾ ਹੈ। ਹੁਣ ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀ ਭਾਸ਼ਾ ਲਾਗੂ ਕਰਨ ਲਈ ਕੋਈ ਢੰਗ ਜਾਂ ਤਰੀਕਾ ਅਪਣਾਇਆ? ਜੀ ਬਿਲਕੁਲ, ਜਿਹੜਾ ਕਿ ਕਾਫੀ ਤੌਰ ਤੇ ਰਿਸਰਚਰ ਵਿਦਵਾਨਾਂ ਦੀ ਅੱਖਾਂ ਤੋਂ ਪਰੋਖੇ ਰਹਿ ਗਿਆ, ਜਾਂ ਇਹ ਕਹਿ ਲਓ ਕਿ ਕਿਸੇ ਰਾਜਨੀਤਿਕ, ਪੋਲੀਟੀਕਲ ਜਾਂ ਕਿਸੇ ਹੋਰ ਤਰੀਕੇ ਨਾਲ ਪੰਜਾਬੀ ਨੂੰ ਖਤਮ ਕਰਨ ਲਈ ਜਾਂ ਪੰਜਾਬੀ ਦੇ ਉੱਤੇ ਦੂਜੀਆਂ ਭਾਸ਼ਾ ਦਾ ਪ੍ਰਭਾਵ ਪਾਉਣ ਲਈ, ਖਤਮ ਕਰਨ ਲਈ ਬਹੁਤ ਜ਼ੋਰ ਲੱਗਾ ਤੇ ਉਸ ਚੀਜ਼ ਨੂੰ ਪਿੱਛੇ ਛੋੜ ਦਿੱਤਾ ਗਿਆ। ਹੁਣ ਆਮ ਤੌਰ ਤੇ ਅਸੀਂ ਕਈ ਵਾਰੀ ਦੇਖ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ, ਜੇਕਰ ਅਸੀਂ ਅਫਗਾਨ ਦੀ ਗੱਲ ਕਰੀਏ, ਚੀਨ ਦੀ ਗੱਲ ਕਰੀਏ, ਦਿੱਲੀ ਤੱਕ ਗੱਲ ਕਰੀਏ ਤਾਂ ਪੰਜਾਬੀ ਵਿੱਚ ਬੋਰਡ ਲੱਗੇ ਹੋਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੌਰਾਨ, ਗੋਰਿਆਂ ਦੇ ਕਾਲ ਦੌਰਾਨ ਵੀ ਉਹਨਾਂ ਦੀਆਂ ਫੋਟੋਆਂ ਆਮ ਲੋਕ ਸੋਸ਼ਲ ਮੀਡੀਆ ਤੇ ਪਾ ਦਿੰਦੇ ਹਨ। ਕਦੀ ਰੇਲਵੇ ਸਟੇਸ਼ਨ ਦੀ ਪਾ ਦਿੱਤੀ, ਕਦੀ ਕਿਸੇ ਪੁਰਾਣੇ ਹਵੇਲੀ ਦੀ ਪਾ ਦਿੱਤੀ ਸਿੱਖਾਂ ਦੀ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਸਮੇਂ ਵਿੱਚ ਇੱਕ ਇੰਟਰਨੈਸ਼ਨਲ ਭਾਸ਼ਾ ਹੁੰਦੀ ਹੈ। ਸੋ ਉਸ ਸਮੇਂ ਉਸ ਪਾਸੇ ਫਾਰਸੀ ਭਾਸ਼ਾ ਪ੍ਰਚਲਿਤ ਸੀ ਕਿਉਂਕਿ ਮੁਗਲਾਂ ਦਾ ਰਾਜ ਸੀ। ਉਸ ਸਮੇਂ ਤੋਂ ਪਹਿਲਾਂ ਤੇ ਬੜੇ ਲੰਬੇ ਸਮੇਂ ਤੋਂ ਉਹਨਾਂ ਦੇ ਰਾਜ ਕੀਤਾ ਤੇ ਫਾਰਸੀ, ਉਸ ਤੋਂ ਪਹਿਲਾਂ ਸੰਸਕ੍ਰਿਤ ਹੁੰਦੀ ਸੀ, ਫਿਰ ਫਾਰਸੀ ਹੈ। ਅੱਜ ਜੇ ਅਸੀਂ ਗੱਲ ਕਰੀਏ ਤਾਂ ਪੂਰੇ ਸੰਸਾਰ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਇੰਟਰਨੈਸ਼ਨਲ ਲੈਂਗੁਏਜ ਕਿਹਾ ਜਾਂਦਾ ਹੈ। ਹਰ ਕੋਈ ਡਾਕੂਮੈਂਟ ਇੰਗਲਿਸ਼ ਵਿੱਚ ਪੜ੍ਹਨਾ ਪਸੰਦ ਕਰਦਾ ਹੈ। ਇਹ ਗੱਲਾਂ ਆਪਣੇ ਰਾਜ ਭਾਗ ਦੀਆਂ ਹੋ ਜਾਂਦੀਆਂ ਹਨ ਜਾਂ ਬਾਕੀ ਗੱਲਾਂ ਰਹਿ ਜਾਂਦੀਆਂ ਹਨ ਕਿ ਕਿਸ ਚੀਜ਼ ਨੂੰ ਉਸ ਸਮੇਂ ਕਿਸ ਤਰ੍ਹਾਂ ਪ੍ਰਚਲਿਤ ਹੋਈ। ਇਸੇ ਤਰ੍ਹਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਸੀ, ਉਸ ਦੀ ਅਫੀਸ਼ੀਅਲ ਲੈਂਗੁਏਜ ਫਾਰਸੀ ਸੀ। ਅਫੀਸ਼ੀਅਲ ਲੈਂਗੁਏਜ ਫਾਰਸੀ ਕਹਿਣ ਤੋਂ ਭਾਵ ਕਿ ਜਦੋਂ ਅਸੀਂ ਡਿਪਲੋਮੈਟਿਕ ਲੈਵਲ ਤੇ ਜਾਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਨਾਲ ਗੱਲ ਕਰਨੀ ਹੈ ਤਾਂ ਸਾਨੂੰ ਇੱਕ ਇੰਟਰਨੈਸ਼ਨਲ ਲੈਂਗੁਏਜ ਚਾਹੀਦੀ ਹੈ ਜੋ ਉਹ ਦੂਸਰੇ ਵੀ ਸਮਝ ਸਕਣ ਤੇ ਸਾਨੂੰ ਵੀ ਆਉਂਦੀ ਹੋਵੇ। ਸੋ ਉਸ ਡਿਪਲੋਮੈਟਿਕ ਲੈਂਗੁਏਜ ਨੂੰ ਫਾਰਸੀ ਲੈਂਗੁਏਜ ਕਿਹਾ ਗਿਆ ਤੇ ਆਮ ਤੌਰ ਤੇ ਅਸੀਂ ਸਮਝ ਲੈਂਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਨੇ ਲਾਗੂ ਹੀ ਨਹੀਂ ਕੀਤੀ। ਹੁਣ ਜਦੋਂ ਅਸੀਂ ਉਹਨਾਂ ਦੀਆਂ ਪੁਰਾਣੀਆਂ ਲਿਖਤਾਂ ਪੜ੍ਹਦੇ ਹਾਂ ਜਾਂ ਕੋਈ ਨਾ ਕੋਈ ਫਾਰਸੀ ਦੇ ਵਿੱਚ ਜਾਂ ਉਰਦੂ ਦੇ ਵਿੱਚ ਲਿਖਿਆ ਪਾ ਦਿੰਦਾ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਹੈ, ਉਸ ਸਮੇਂ ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਉਹ ਇੱਕ ਪੱਖ ਲੈਂਦੇ ਹਨ। ਹੁਣ ਕਦੀ ਕਿਸੇ ਨੇ ਇਹ ਪੋਸਟ ਪਾਈ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਬਣਾਉਣ ਦਾ ਜਿਹੜਾ ਸਿਸਟਮ ਬਣਾਇਆ ਸੀ ਉਹ ਕਿਸ ਤਰ੍ਹਾਂ ਦਾ ਸੀ। ਕਦੀ ਕਿਸੇ ਨੇ ਇਹ ਪੋਸਟ ਪਾਈ ਕਿ ਉਸ ਦਾ ਡਿਫੈਂਸ ਸਿਸਟਮ ਕਿਸ ਤਰ੍ਹਾਂ ਦਾ ਸੀ, ਉਸ ਦਾ ਅਟੈਕਿੰਗ ਸਿਸਟਮ ਕਿੱਦਾਂ ਦਾ ਸੀ, ਉਸ ਦਾ ਅਟੈਕ ਨੂੰ ਰੋਕਣ ਦਾ ਸਿਸਟਮ ਜਾਂ ਉਸ ਦਾ ਐਜੂਕੇਸ਼ਨ ਦਾ ਸਿਸਟਮ ਜਾਂ ਇਨੋਵੇਸ਼ਨ ਦਾ ਸਿਸਟਮ ਜਾਂ ਡਿਵੈਲਪਮੈਂਟ ਦਾ ਸਿਸਟਮ ਕਿੱਦਾਂ ਦਾ ਸੀ। ਕੇਵਲ ਤੇ ਕੇਵਲ 2-4 ਲਿਖਤਾਂ ਨੂੰ ਜਾਂ ਮੰਨ ਲਓ ਕੋਈ ਜਦੋਂ ਦੇਸ਼ ਚੱਲਦਾ ਹੈ ਤਾਂ ਉਸ ਦੇ ਵਿੱਚ ਕੋਈ 2-4-5 ਕਿਤਾਬਾਂ ਨਹੀਂ ਹੁੰਦੀਆਂ। ਕੇਵਲ ਤੇ ਕੇਵਲ ਇੰਟਰਨੈਸ਼ਨਲ ਟ੍ਰੀਟੀਜ਼ ਉਹਦੇ ਰਾਜ ਦੀਆਂ ਦਿਖਾਈਆਂ ਜਾਂਦੀਆਂ ਹਨ ਕਿ ਇਹ ਫਾਰਸੀ ਦੇ ਵਿੱਚ ਸੀ, ਇਹ ਉਰਦੂ ਦੇ ਵਿੱਚ ਸੀ। ਪਰ ਕਦੀ ਕਿਸੇ ਨੇ ਲੋਕਲ ਟ੍ਰੀਟੀ ਜਿਹੜੀਆਂ ਆਮ ਭਾਸ਼ਾਵਾਂ ਵਿੱਚ ਚੱਲਦੀਆਂ ਹਨ, ਪੰਜਾਬ ਦੇ ਵਿੱਚ ਪੰਜਾਬੀ ਚੱਲਦੀ ਹੈ, ਉਸ ਪੰਜਾਬੀ ਗੁਰਮੁਖੀ ਲਿਪੀ ਵਿੱਚ ਕਾਫੀ ਕੁਝ ਵਰਕ ਕੀਤਾ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਚਲ ਜਾਓ, ਗੁਰੂ ਨਾਨਕ ਦੇਵ ਯੂਨੀਵਰਸਿਟੀ ਚਲ ਜਾਓ, ਪੰਜਾਬ ਯੂਨੀਵਰਸਿਟੀ ਚਲ ਜਾਓ, ਇੱਥੋਂ ਤੱਕ ਕਿ ਅਸੀਂ ਲਾਇਬ੍ਰੇਰੀ ਆਫ ਕਾਂਗਰਸ ਵਾਸ਼ਿੰਗਟਨ DC ਵੀ ਚਲ ਜਾਈਏ ਤਾਂ ਪੰਜਾਬੀ ਵਿੱਚ ਸਾਨੂੰ ਇਤਿਹਾਸ ਬੜਾ ਮਿਲਦਾ। ਪਰ ਜਦੋਂ ਇੰਟਰਨੈਸ਼ਨਲ ਲੈਂਗੁਏਜ ਦੀ ਗੱਲ ਆਈ ਤਾਂ ਉਹ ਕੇਵਲ ਇੰਗਲਿਸ਼ ਵਿੱਚ ਹੀ ਮਿਲੂਗਾ। ਅੱਜ ਦੇ ਸਮੇਂ ਵਿੱਚ ਉਸ ਸਮੇਂ ਫਾਰਸੀ 'ਚ ਮਿਲਦਾ ਸੀ। ਇੰਟਰਨੈਸ਼ਨਲ ਡਾਕੂਮੈਂਟ ਉਸ ਮਹਾਰਾਜਾ ਰਣਜੀਤ ਸਿੰਘ ਦੇ ਸ਼ੋਅ ਕੀਤੇ ਜਾਂਦੇ ਹਨ, ਪਰ ਉਸ ਦਾ ਜੋ ਆਪਣਾ ਰਾਜ ਪ੍ਰਬੰਧ ਸੀ ਜਾਂ ਉਸ ਦਾ ਪੰਜਾਬ ਸੀ, ਉਸ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪੂਰਨ ਤੌਰ ਤੇ ਲਾਗੂ ਕੀਤਾ ਗਿਆ ਸੀ ਤੇ ਹਰ ਬੰਦੇ ਨੂੰ ਪੰਜਾਬੀ ਭਾਸ਼ਾ ਆਉਂਦੀ ਸੀ। ਇਹ ਇਕੱਲੀ ਪੰਜਾਬੀ ਹੀ ਨਹੀਂ, ਅਸੀਂ ਰਾਜਾ ਸ਼ੇਰ ਸਿੰਘ ਦੀ ਗੱਲ ਕਰਦੇ ਹਾਂ, ਉਹਦਾ 9-10 ਸਾਲ ਦਾ ਪੁੱਤਰ ਜਦੋਂ ਚਲੋ ਜੋ ਵੀ ਹੋਇਆ, ਸ਼ਾਹ ਕੁਛ ਹੋਇਆ, ਉਸ ਦਾ ਕਤਲ ਕੀਤਾ ਗਿਆ ਤਾਂ 9 ਸਾਲ ਦੇ ਪੁੱਤਰ ਨੂੰ ਵੀ ਅੰਗਰੇਜ਼ੀ ਭਾਸ਼ਾ ਆਉਂਦੀ ਸੀ, ਫਾਰਸੀ ਆਉਂਦੀ ਸੀ, ਉਰਦੂ ਆਉਂਦੀ ਸੀ, ਪੰਜਾਬੀ ਆਉਂਦੀ ਸੀ। ਸੋ ਕਹਿਣ ਤੋਂ ਬਾਅਦ ਉਹਨਾਂ ਦਾ ਇੰਟੈਲੈਕਚੁਅਲ ਲੈਵਲ ਕਿੱਡਾ ਉੱਚਾ ਸੀ। ਸੋ ਉਹ ਇੰਟੈਲੈਕਚੁਅਲ ਲੈਵਲ ਦੇ ਵਿੱਚ ਬਾਕੀ ਚੀਜ਼ਾਂ ਛੋਟੀਆਂ ਰਹਿ ਜਾਂਦੀਆਂ, ਪਰ ਉਸ ਦਾ ਜਿਹੜਾ ਆਪਣਾ ਰਾਜ ਪ੍ਰਬੰਧ ਸੀ ਉਹ ਪੂਰਨ ਤੌਰ ਤੇ ਪੰਜਾਬੀ ਵਿੱਚ ਹੀ ਕੀਤਾ ਜਾਂਦਾ ਸੀ। ਤੇ ਇਹ ਅਜੇ ਸਟਿਲ ਖੋਜ ਦੇ ਅਧੀਨ ਹੈ ਕਿ ਅਸੀਂ ਫਿਰ ਸਾਰਿਆਂ ਨੂੰ ਹੋਕਾ ਦੇ ਕੇ ਕਹਿੰਦੇ ਹਾਂ ਜਾਂ ਆਵਾਜ਼ ਮਾਰ ਕੇ ਕਹਿੰਦੇ ਹਾਂ ਕਿ ਇਸ ਤੇ ਕੰਮ ਕਰਨ ਲਈ ਇਹ ਤਿਆਰ ਹਨ ਤਾਂ ਅਸੀਂ ਤਿਆਰ ਹਾਂ, ਇਸ ਤੇ ਕੰਮ ਕੀਤਾ ਜਾ ਸਕਦਾ ਹੈ, ਖੋਜਾਂ ਕੀਤੀਆਂ ਜਾ ਸਕਦੀਆਂ, ਰਿਸਰਚ ਕੀਤੀ ਜਾ ਸਕਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਸਿਸਟਮਾਂ ਨੂੰ, ਪ੍ਰੋਸੈਸਰਾਂ ਨੂੰ, ਪ੍ਰੋਸੀਜਰਾਂ ਤੋਂ ਸੇਧ ਲੈ ਕੇ ਹੋਰ ਸਿਸਟਮ, ਪ੍ਰੋਸੈਸ ਤੇ ਇਨੋਵੇਸ਼ਨ ਤੇ ਡਿਵੈਲਪਮੈਂਟ ਕੀਤੀ ਜਾ ਸਕੇ। ਇਹ ਗੱਲ ਬਿਲਕੁਲ ਸਹੀ ਹੈ ਕਿ ਹਰੇਕ ਕੰਟਰੀ ਦੀ ਡਿਪਲੋਮੈਟਿਕ ਲੈਂਗੁਏਜ ਜਾਂ ਇੰਟਰਨੈਸ਼ਨਲ ਲੈਂਗੁਏਜ ਕੋਈ ਵੀ ਹੋ ਸਕਦੀ ਹੈ। ਜਿਵੇਂ ਕਿ ਅੱਜ ਇੰਗਲਿਸ਼ ਹੈ ਅਤੇ ਉਸ ਸਮੇਂ ਫਾਰਸੀ ਪ੍ਰਚਲਿਤ ਸੀ, ਭਾਵੇਂ ਬਾਕੀ ਸਾਰਾ ਪ੍ਰਬੰਧ ਪੰਜਾਬੀ ਦੇ ਗੁਰਮੁਖੀ ਅੱਖਰਾਂ ਵਿੱਚ ਕੀਤਾ ਜਾਂਦਾ ਸੀ। ਹੁਣ ਆਪ ਜੀ ਨੇ ਗੱਲ ਕੀਤੀ ਹੈ ਭਾਸ਼ਾ ਦੀ ਜਾਂ ਪ੍ਰਬੰਧ ਦੀ।
ਸੋ ਇਹਨਾਂ ਪ੍ਰਬੰਧਾਂ ਨੂੰ ਚਲਾਉਣ ਲਈ ਕੋਈ ਟੀਮ ਦੀ ਲੋੜ ਹੁੰਦੀ ਹੈ। ਕੀ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਟੀਮ ਤਿਆਰ ਕੀਤੀ? ਜੀ ਬਿਲਕੁਲ, ਮਹਾਰਾਜਾ ਰਣਜੀਤ ਸਿੰਘ ਕੋਲ ਕੋਈ ਇੱਕ ਟੀਮ ਨਹੀਂ ਸੀ। ਜਿਸ ਤਰ੍ਹਾਂ ਅਸੀਂ ਆਮ ਤੌਰ 'ਤੇ ਉਸ ਦੀ ਆਰਮੀ ਦੀ ਗੱਲ ਕਰ ਲੈਂਦੇ ਹਾਂ ਤਾਂ ਉਸ ਦੇ ਵਿੱਚ ਹੁੰਦਾ ਹੈ ਖਾਲਸਾ ਫੌਜ, ਫੌਜੇ ਖਾਸ ਤੇ ਫੌਜੇ ਐਨ। ਕੁਛ ਇਸ ਤਰ੍ਹਾਂ ਹੁੰਦਾ ਹੈ, ਹੋ ਸਕਦਾ ਹੈ ਕਿ ਅੱਖਰਾਂ ਦੀ ਹੇਰ-ਫੇਰ ਕਾਰਨ ਮੈਂ ਸਹੀ ਤਰੀਕੇ ਨਾਲ ਨਾ ਬੋਲ ਸਕਿਆ ਹਾਂ, ਪਰ 2-3 ਤਰ੍ਹਾਂ ਦੇ ਉਸਦੀਆਂ ਫੌਜਾਂ ਹੀ ਸਨ। ਸੋ ਉਹਨਾਂ ਦਾ ਆਪਣਾ ਸਿਸਟਮ ਹੋਊਗਾ, ਉਹਨਾਂ ਦਾ ਆਪਣਾ ਪ੍ਰੋਸੀਜਰ ਹੋਊਗਾ, ਉਹਨਾਂ ਦੇ ਆਪਣੇ ਢੰਗ ਤਰੀਕੇ ਹੋਣਗੇ ਵੀ ਉਹ ਕਿਸ ਤਰ੍ਹਾਂ ਕੰਮ ਕਰਦੇ ਸਨ। ਇਸੇ ਤਰ੍ਹਾਂ ਉਸਦਾ ਐਜੂਕੇਸ਼ਨ ਸਿਸਟਮ ਸੀ, ਇਸੇ ਤਰ੍ਹਾਂ ਉਸਦਾ ਪੋਲੀਟੀਕਲ ਸਿਸਟਮ ਸੀ, ਡਿਪਲੋਮੈਟਿਕ ਸਿਸਟਮ ਸੀ। ਇਹਨਾਂ ਵਾਸਤੇ ਓਬਵੀਅਸਲੀ ਬੰਦੇ ਵੀ ਚਾਹੀਦੇ ਹੁੰਦੇ ਹਨ। ਹੁਣ ਅਸੀਂ ਜਦੋਂ ਜਿੰਨੀਆਂ ਵੀ ਸਾਡੇ ਕੋਲ ਖਬਰਾਂ ਆਉਂਦੀਆਂ ਹਨ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਦਾਂ ਸੀ ਜਾਂ ਇੱਦਾਂ ਸੀ, ਉਹਦੇ ਵਿੱਚ ਕੀ ਹੈ ਜੀ, ਅਸੀਂ ਇਸ ਗੱਲ ਦੀ ਗੱਲ ਕੀਤੀ ਹੈ ਕਿ ਉਸ ਰਾਜ ਦਾ ਪ੍ਰਬੰਧ ਕਰਨ ਵਾਲੇ ਕੌਣ ਸਨ। ਅਸੀਂ ਦੋ ਚੌਹਾਂ ਦੇ ਨਾਂ ਤੇ ਜਾਣਦੇ ਹਾਂ ਵੀ ਉਸ ਦੇ ਅੰਗਰੇਜ਼ ਵੀ ਨੌਕਰ ਸਨ, ਉਸ ਦੇ ਰਾਜ ਵਿੱਚ ਮੁਸਲਮਾਨ ਵੀ ਜਰਨੈਲ ਸਨ, ਉਸ ਦੇ ਰਾਜ ਵਿੱਚ ਹਿੰਦੂ ਵੀ ਜਰਨੈਲ ਸਨ। ਕੀ ਕਦੀ ਉਹਨਾਂ ਸਿੱਖਾਂ ਦੀ ਜਾਂ ਉਹਨਾਂ ਪੰਜਾਬੀਆਂ ਦੀ ਗੱਲ ਆਈ ਜਿਨ੍ਹਾਂ ਨੇ ਇਸ ਪੂਰੇ ਪ੍ਰਬੰਧ ਸਿਸਟਮ ਨੂੰ ਡਿਜ਼ਾਈਨ ਕੀਤਾ? ਜੇ ਅਸੀਂ ਵਿਦੇਸ਼ ਮੰਤਰੀ ਦੀ ਗੱਲ ਕਰ ਲਈਏ ਤਾਂ ਇੱਕ ਫਕੀਰ ਦੀ ਗੱਲ ਹੁੰਦੀ ਹੈ, ਮੈਨੂੰ ਨਾਮ ਚੇਤੇ ਨਹੀਂ ਆ ਰਿਹਾ ਹੁਣ, ਸੋ ਕੇਵਲ ਉਸ ਦਾ ਨਾਮ ਆਉਂਦਾ ਹੈ। ਕੀ ਅਸੀਂ ਸੋਚ ਸਕਦੇ ਹਾਂ ਕਿ ਜਦੋਂ ਇੱਕ ਵਿਦੇਸ਼ ਮੰਤਰਾਲੇ ਹੋਏਗਾ ਤੇ ਉਸ ਦੇ ਵਿੱਚ ਇੱਕ ਹੀ ਬੰਦਾ ਹੋਏਗਾ? ਉਸ ਦੇ ਵਿੱਚ ਹੋਰ ਵੀ ਬੰਦੇ ਹੋਣਗੇ। ਅਸੀਂ ਜਨਰਲ ਜ਼ੋਰਾਵਰ ਸਿੰਘ ਬਾਰੇ ਸੁਣਿਆ, ਜਿਸ ਨੇ ਚੀਨ ਤੱਕ ਫਤਿਹ ਕੀਤਾ। ਕੀ ਅਸੀਂ ਇੱਕ ਤੇ ਮਹਾਰਾਜਾ ਹੋਇਆ ਸ਼ੇਰ ਸਿੰਘ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸੀ। ਇੱਕ ਸ਼ੇਰ ਸਿੰਘ ਅਟਾਰੀ ਵਾਲਾ ਹੋਇਆ, ਕਦੀ ਅਸੀਂ ਉਸ ਦਾ ਨਾਮ ਸੁਣਿਆ? ਇੱਕ ਰਣਜੋਤ ਸਿੰਘ ਹੋਇਆ। ਇਸ ਤਰ੍ਹਾਂ ਅਕਾਲੀ ਫੂਲਾ ਸਿੰਘ ਕੋਲ ਧਾਰਮਿਕ ਪ੍ਰਬੰਧ ਸੀ। ਇਸ ਦਾ ਹਰੇਕ ਡਿਪਾਰਟਮੈਂਟ ਤਿਆਰ ਕਰਕੇ ਉਹ ਅਗੇਨ ਇਹ ਸਾਰੇ ਹੀ ਖੋਜ ਅਧੀਨ ਹਨ ਤੇ ਇਹਨਾਂ ਨੂੰ ਖੋਜ ਦੀ ਬਹੁਤ ਲੋੜ ਹੈ। ਲਿਖਤੀ ਰੂਪ ਦੇ ਵਿੱਚ ਸਾਰਾ ਕੁਝ ਪਿਆ ਹੈ, ਪਰ ਉਸ ਨੂੰ ਢੂੰਡ ਕੇ ਜਾਂ ਲੱਭ ਕੇ ਪ੍ਰਗਟ ਕਰਨਾ ਪਏਗਾ ਵੀ ਇਹ ਸਿਸਟਮ ਪ੍ਰਬੰਧ ਕਿਸ ਤਰ੍ਹਾਂ ਸੀ। ਕਦੀ ਵੀ ਕੋਈ ਵੀ ਸਿਸਟਮ ਬਿਨਾਂ ਮੈਨ ਪਾਵਰ ਤੋਂ ਜਾਂ ਬਿਨਾਂ ਸਹਿਯੋਗ ਤੋਂ ਜਾਂ ਜਿਹੜੇ ਦਿਲੋਂ ਕਦਰ ਕਰਦੇ ਹਨ ਉਹਨਾਂ ਤੋਂ ਨਹੀਂ ਚੱਲ ਸਕਦੀ। ਹੁਣ ਜੇ ਉਸਦਾ ਰਾਜਨੀਤਿਕ ਪ੍ਰਬੰਧ ਚੱਲਦਾ ਹੋਏਗਾ ਤਾਂ ਰਾਜਨੀਤਿਕ ਬੰਦਾ ਇੱਕ ਨਹੀਂ ਹੋ ਸਕਦਾ, ਕੋਈ 15, 20, 50, 100 ਹੋਏਗਾ, ਉਸ ਦਾ ਇੱਕ ਪ੍ਰਬੰਧ ਹੋਏਗਾ। ਇਸੇ ਤਰ੍ਹਾਂ ਉਸਦੇ ਡਿਫੈਂਸ ਸਿਸਟਮ ਸੀ। ਹਰੀ ਸਿੰਘ ਨਲੂਆ ਆ ਗਿਆ, ਜ਼ੋਰਾਵਰ ਸਿੰਘ ਆ ਗਿਆ, ਜਵਾਹਰ ਸਿੰਘ ਆ ਗਿਆ, ਸ਼ੇਰ ਸਿੰਘ ਅਟਾਰੀ ਵਾਲਾ ਆ ਗਿਆ, ਸਰਦਾਰ ਸ਼ਾਮ ਸਿੰਘ ਅਟਾਰੀ ਆ ਗਿਆ, ਨਿਧਾਨ ਸਿੰਘ ਪੰਜ ਹੱਥੀਆ ਆ ਗਿਆ। ਇਹ ਸਾਰੇ ਤੋਂ ਉਹਦੇ ਫੌਜੀ ਜਰਨੈਲ ਸਨ। ਰਾਜਨੀਤਿਕ ਜਰਨੈਲ ਕਿਹੜੇ ਸਨ, ਡਿਪਲੋਮੈਟਿਕ ਕਿਹੜੇ ਸਨ, ਇਹ ਸਾਰੇ ਉਸਨੇ ਪ੍ਰਬੰਧ ਕੀਤਾ। ਬਟ ਇਹਨਾਂ ਸਾਰਿਆਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਾਨੂੰ ਆਪਣਾ ਸਮਾਂ ਕੱਢ ਕੇ ਜਿੱਥੇ ਵੀ ਹਾਂ ਅਸੀਂ ਵਲੰਟੀਅਰ ਤੌਰ 'ਤੇ ਇਸ 'ਤੇ ਕੰਮ ਕਰੀਏ ਤੇ ਉਸ ਚੀਜ਼ਾਂ ਨੂੰ ਪ੍ਰਗਟ ਕਰਕੇ ਅੱਗੇ ਲਿਆਈਏ ਤਾਂ ਕਿ ਅਸੀਂ ਇੱਕ ਗਾਂ ਖੁਸ਼ਹਾਲ ਵਾਤਾਵਰਨ ਸਿਰਜ ਸਕੀਏ। ਅੱਜ ਅਸੀਂ ਬਹੁਤ ਕੁਝ ਕਾਇਦੇ ਅਤੇ ਪ੍ਰਬੰਧ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਕਿ ਕਿਵੇਂ ਪ੍ਰਬੰਧ ਕੁਸ਼ਲ ਬਣਦਾ ਹੈ ਅਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਤਰੱਕੀ ਦੇ ਨਵੇਂ ਰਾਹ ਪੈਦਾ ਕਰਦਾ ਹੈ। ਅਸੀਂ ਧੰਨਵਾਦੀ ਹਾਂ ਸਿੱਖ ਰੈਫਰੈਂਸ ਲਾਇਬ੍ਰੇਰੀ USA ਦੇ ਡਾਇਰੈਕਟਰ ਸਰਦਾਰ ਸਤਪ੍ਰੀਤ ਸਿੰਘ ਜੀ ਹੁਣਾਂ ਦੇ, ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਬਹੁਤ ਹੀ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ। ਵਿਚਾਰਾਂ ਕਰਦਿਆਂ ਬੋਲਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।